ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰੋਨਾ ਵਾਇਰਸ ਸੰਬੰਧੀ ਸਰਕਾਰੀ ਦਾਅਵੇ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ। ਦੋਸਤੋ, ਸਾਲ 2020 ਦੀ ਸ਼ੁਰੂਆਤ ਵਿੱਚ ਕਰੋਨਾ ਵਾਇਰਸ ਦੇ ਭਾਰਤ ਵਿੱਚ ਕੇਸ ਪੋਜ਼ਿਟਿਵ ਪਾਉਣੇ ਸ਼ੁਰੂ ਹੋਏ ਸੀ, ਜਿਸ ਨੂੰ ਕਿ ਅੱਜ ਸਵਾ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ, ਪਰ ਹਲੇ ਵੀ ਭਾਰਤ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਘਟਣ ਦੀ ਥਾਂ ਨਿੱਤ ਵੱਧਦੀ ਜਾ ਰਹੀ ਹੈ। ਮੌਜੂਦਾ ਸਮੇਂ ਦੇ ਵਿੱਚ ਇਹ ਹਾਲਾਤ ਬਣ ਗਏ ਨੇ, ਭਾਰਤ ਦੇਸ਼ ਦੇ ਵਿੱਚ ਕਰੋਨਾ ਵਾਇਰਸ ਇੱਕ ਭਿਆਨਕ ਰੂਪ ਧਾਰ ਚੁੱਕਿਆ, ਜਿੱਥੇ ਕਿ ਪਿਛਲੇ ਕੁਝ ਦਿਨਾਂ ਤੋਂ 4 ਲੱਖ ਤੋਂ ਵੱਧ ਰੋਜ਼ਾਨਾ ਕਰੋਨਾ ਪੋਜ਼ਿਟਿਵ ਕੇਸ ਪਾਏ ਜਾ ਰਹੇ ਨੇ। ਉੱਥੇ ਹੀ ਮੌਤਾਂ ਦੀ ਗਿਣਤੀ ਦਾ ਆંકੜਾ ਵੀ ਜਿਹੜਾ 3000 ਤੋਂ ਟੱਪ ਚੁੱਕਿਆ। ਇਸ ਨਾਲ ਮੌਜੂਦਾ ਸਮੇਂ 'ਚ ਹੁਣ ਤੱਕ ਕੁੱਲ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਦਾ ਆંકੜਾ ਜਿਹੜਾ ਹੈ 2 ਕਰੋੜ ਤੋਂ ਟੱਪ ਚੁੱਕਿਆ ਤੇ ਮੌਤਾਂ ਦੀ ਗਿਣਤੀ ਵੀ ਜਿਹੜੀ 2 ਲੱਖ ਤੋਂ ਵੱਧ ਹੋ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ ਕਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਨੇ, ਪਰ ਉਹਨਾਂ ਵੱਲੋਂ ਕੀਤੇ ਜਾ ਰਹੇ ਦਾਅਵੇ ਕਾਮਯਾਬ ਹੁੰਦੇ ਦਿਖਾਈ ਨਹੀਂ ਦੇ ਰਹੇ, ਬਲਕਿ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਉਲਟਾ ਹੋਰ ਵੱਧਦੇ ਜਾ ਰਹੇ ਨੇ, ਜਿਸ ਤੋਂ ਸਪਸ਼ਟ ਹੋ ਰਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਵੀ ਫੈਸਲੇ ਲਏ ਜਾ ਰਹੇ ਨੇ ਉਹ ਕੋਈ ਵਧੀਆ ਨਹੀਂ ਹੈ ਅਤੇ ਉਹਦਾ ਜਿਹੜਾ ਹੈ ਨਤੀਜੇ ਉਲਟੇ ਹੀ ਦਿਖਾਈ ਦੇ ਰਹੇ ਨੇ। ਕੇਂਦਰ ਸਰਕਾਰ ਦਾ ਦਾਅਵਾ ਸੀ ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਵਿੱਚ ਅਸੀਂ ਕਰੋਨਾ ਵਾਇਰਸ 'ਤੇ ਜਿਹੜੇ ਆ ਪੂਰੀ ਤਰ੍ਹਾਂ ਨੱਥ ਪਾ ਲਈ ਹੈ, ਕਰੋਨਾ ਕੇਸਾਂ ਦੀ ਗਿਣਤੀ ਘਟ ਗਈ ਹੈ, ਪਰ ਜਿਵੇਂ ਹੀ ਮਾਰਚ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਭਾਰਤ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਮੁੜ ਵਧਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹਦੇ ਨਾਲ ਜਿਹੜਾ ਮੌਤਾਂ ਦੀ ਗਿਣਤੀ ਦਾ ਆંકੜਾ ਵੀ ਪਹਿਲਾਂ ਨਾਲੋਂ ਕਿਤੇ ਵੱਧ ਜਾਂਦਾ ਹੈ। ਇਸ ਸਮੇਂ ਦੇਸ਼ ਦੇ ਜੇਕਰ ਗੱਲ ਕਰੀਏ, ਮੁੱਖ ਤੌਰ 'ਤੇ ਪੰਜਾਬ, ਹਰਿਆਣਾ, ਮਹਾਰਾਸ਼ਟਰ, ਦਿੱਲੀ, ਛੱਤੀਸਗੜ੍ਹ, ਕੇਰਲਾ ਦੇ ਵਿੱਚ ਜਿਹੜਾ ਹੈਗਾ ਕਰੋਨਾ ਵਾਇਰਸ ਦੇ ਕੇਸ ਵੱਡੀ ਗਿਣਤੀ 'ਚ ਪਾਏ ਜਾ ਰਹੇ ਨੇ। ਇਹਨਾਂ ਸੂਬਿਆਂ 'ਚ ਹਾਲਾਤ ਜਿਹੜੇ ਨੇ ਬਹੁਤ ਗੰਭੀਰ ਬਣੇ ਹੋਏ ਨੇ ਅਤੇ ਰੋਜ਼ਾਨਾ ਜਿਹੜੇ ਨੇ ਹਜ਼ਾਰਾਂ ਕੇਸ ਪੋਜ਼ਿਟਿਵ ਪਾਏ ਜਾ ਰਹੇ ਨੇ ਅਤੇ ਸੈਂਕੜੇ ਲੋਕਾਂ ਦੀ ਮੌਤ ਵੀ ਹੋ ਰਹੀ ਹੈ। ਜੇਕਰ ਗੱਲ ਕਰੀਏ, ਮੌਜੂਦਾ ਸਮੇਂ ਲੋਕਾਂ ਨੂੰ 3 ਮੁੱਖ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਰਕਾਰ ਹਾਲੇ ਵੀ ਉਹ ਤਿੰਨੋਂ ਸਮੱਸਿਆਵਾਂ ਦਾ ਦਾਅਵਾ ਕਰ ਰਹੀ ਹੈ ਕਿਉਂਕਿ ਸਾਡੇ ਕੋਲੋਂ ਤਿੰਨੋਂ ਦੀ ਪੂਰਤੀ ਲਈ ਜਿਹੜਾ ਹੈਗਾ ਪੂਰਾ ਕਰਨ ਲਈ ਹਰ ਚੀਜ਼ ਉਪਲਬਧ ਹੈਗੀ ਹੈ। ਸਭ ਤੋਂ ਪਹਿਲੀ ਆ ਰਹੀ ਹੈ ਆਕਸੀਜਨ ਦੀ ਘਾਟ। ਸਰਕਾਰ ਕਹਿ ਰਹੀ ਹੈ ਸਾਡੇ ਕੋਲ ਆਕਸੀਜਨ ਦੀ ਕੋਈ ਘਾਟ ਨਹੀਂ ਹੈ, ਜਦ ਕਿ ਦੇਸ਼ ਦੇ ਵਿੱਚ ਆਕਸੀਜਨ ਲਈ ਹਾਹਾਕਾਰ ਮਚੀ ਹੋਈ ਹੈ। ਲੋਕ ਆਪਣੇ ਪਰਿਵਾਰਕ ਮੈਂਬਰਾਂ ਲਈ ਜਿਹੜਾ ਆਕਸੀਜਨ ਦਾ ਪ੍ਰਬੰਧ ਕਰਨ ਲਈ ਕਈ ਕਿਲੋਮੀਟਰ ਜਾਂ ਕਈ ਘੰਟੇ ਜਿਹੜਾ ਲਾਈਨਾਂ 'ਚ ਖੜ੍ਹੇ ਦਿਖਾਈ ਦੇ ਰਹੇ ਨੇ ਅਤੇ ਆਕਸੀਜਨ ਜੋ ਕਿ ਆਮ ਮੁੱਲ ਨਾਲੋਂ ਕਈ ਗੁਣਾ ਵੱਧ ਮੁੱਲ 'ਤੇ ਖਰੀਦਦੇ ਨਜ਼ਰ ਆ ਰਹੇ ਨੇ ਅਤੇ ਸਰਕਾਰ ਹਲੇ ਵੀ ਕਹਿ ਰਹੀ ਹੈ ਵੀ ਉਹਨਾਂ ਕੋਲ ਆਕਸੀਜਨ ਜਿਹੜੀ ਹੈ ਪੂਰੀ ਹੈਗੀ ਹੈ। ਦੂਜੇ ਨੰਬਰ 'ਤੇ ਗੱਲ ਕਰੀਏ ICU ਬੈੱਡਾਂ ਦੀ, ਆਕਸੀਜਨ ਬੈੱਡਾਂ ਦੀ, ਸਰਕਾਰ ਕਹਿ ਰਹੀ ਹੈ ਸਾਡੇ ਕੋਲ ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਪੂਰੀ ਹੈ ਅਤੇ ਅਸੀਂ ਹੋਰ ਬੈੱਡਾਂ ਦਾ ਪ੍ਰਬੰਧ ਵੀ ਕਰ ਰਹੇ। ਜੇਕਰ ਗੱਲ ਕਰੀਏ, ਮੌਜੂਦਾ ਦਿਨਾਂ ਦੇ ਵਿੱਚ 4 ਲੱਖ ਰੋਜ਼ ਕਰੋਨਾ ਕੇਸ ਪਾਏ ਜਾ ਰਹੇ ਨੇ ਅਤੇ ਸਰਕਾਰ ਕੋਲ ਪੂਰੇ ਦੇਸ਼ ਦੇ ਵਿੱਚ 4 ਲੱਖ ICU ਬੈੱਡ ਨਹੀਂ ਹੈ, ਜਦਕਿ ਉਰੇ 4 ਲੱਖ ਰੋਜ਼ ਕੇਸ ਆ ਰਹੇ ਨੇ। ਇਸ ਤੋਂ ਪਤਾ ਲੱਗਦਾ ਸਰਕਾਰ ਦਾ ਇਹ ਵੀ ਦਾਅਵਾ ਜਿਹੜਾ ਹੈ ਕਿੰਨਾ ਕੁ ਸੱਚ ਸਾਬਤ ਹੋ ਰਿਹਾ ਅਤੇ ਇਸ 'ਚ ਕਿੰਨੀ ਕੁ ਸੱਚਾਈ ਹੈ ਅਤੇ ਲੋਕਾਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜੇਕਰ ਤੁਹਾਡੇ ਸਾਹਮਣੇ ਹੀ ਹੈ, ਸਾਡੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਵੀ ਲੋਕਾਂ ਨੂੰ ਹਸਪਤਾਲਾਂ ਦੇ ਬਾਹਰ ਬੈੱਡਾਂ ਲਈ ਕਿੰਨੀ ਦੇਰ, ਕਿੰਨੇ ਘੰਟੇ ਜਿਹੜੇ ਹੈਗਾ ਲਾਈਨਾਂ 'ਚ ਰਹਿਣਾ ਪੈ ਰਿਹਾ। ਇਸ ਕਰਕੇ ਜਿਹੜਾ ਹੈਗਾ ਕਈ ਲੋਕਾਂ ਦੀ ਮੌਤ ਵੀ ਹੋ ਰਹੀ ਹੈ, ਪਰ ਸਰਕਾਰ ਬੈੱਡਾਂ ਦਾ ਪ੍ਰਬੰਧ ਕਰਨ 'ਚ ਕਾਮਯਾਬ ਨਹੀਂ ਹੋ ਰਹੀ। ਪਿਛਲੇ ਸਾਲ ਵੀ ਕਰੋਨਾ ਦੇ ਸਮੇਂ 'ਚ ਜਿਹੜਾ ਹੈ ਸਰਕਾਰ ਨੇ ਹਜ਼ਾਰਾਂ ਬੈੱਡ ਜਿਹੜੇ ਹੈ ਦਿੱਤੇ ਸੀ, ਪਰ ਉਹ ਬੈੱਡ ਆਰਜੀ ਤੌਰ 'ਤੇ ਤਿਆਰ ਕੀਤੇ ਗਏ ਜੋ ਕਿ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਖ਼ਤਮ ਕਰ ਦਿੱਤਾ ਗਿਆ। ਜੇ ਉਹ ਖ਼ਤਮ ਨਾ ਕੀਤੇ ਹੁੰਦੇ, ਉਹਨਾਂ ਨੂੰ ਪੱਕਾ ਪ੍ਰਬੰਧ ਕੀਤਾ ਹੁੰਦਾ ਤਾਂ ਅੱਜ ਦੇ ਸਮੇਂ ਜਿਹੜਾ ਹੈ ਉਹਨਾਂ ਬੈੱਡਾਂ ਦੀ ਮੁੜ ਵਰਤੋਂ ਜਿਹੜੀ ਹੈ ਕੀਤੀ ਜਾ ਸਕਦੀ ਸੀ। ਤੀਜੀ ਗੱਲ ਆ ਜਾਂਦੀ ਹੈ ਕਰੋਨਾ ਰੋਕੂ ਦਵਾਈਆਂ ਦੀ। ਇਸ ਸਮੇਂ ਕਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਜਿਹੜੀ ਦਵਾਈਆਂ ਦੀ ਲੋੜ ਹੁੰਦੀ ਹੈ, ਬਾਜ਼ਾਰ 'ਚ ਵੱਡੇ ਪੱਧਰ 'ਤੇ ਉਹਨਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਸਰਕਾਰਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ਾਂ ਤਾਂ ਕਰ ਰਹੀਆਂ ਨੇ ਪਰ ਕਾਮਯਾਬ ਨਹੀਂ ਹੋ ਰਹੀਆਂ। ਇਸ ਦੇ ਨਾਲ ਹੀ ਸਾਰਾ ਸਪਸ਼ਟ ਹੁੰਦਾ ਹੈ ਕਿ ਸਰਕਾਰ ਦੇ ਦਾਅਵਿਆਂ 'ਚ ਕਿੰਨੀ ਕੁ ਸੱਚਾਈ ਹੈ। ਇਸ ਤੋਂ ਇਲਾਵਾ ਜਿਵੇਂ ਕਰੋਨਾ ਕੇਸ ਵੱਧ ਰਹੇ ਨੇ, ਰਾਤ ਦੇ ਕਰਫਿਊ ਲਾਏ ਜਾ ਰਹੇ ਨੇ, ਵੱਖ-ਵੱਖ ਸੂਬਿਆਂ ਦੇ ਵਿੱਚ ਵੀਕਐਂਡ ਲੋਕਡਾਊਨ ਤੱਕ ਲਾਏ ਜਾ ਰਹੇ ਨੇ। ਇਹਦੇ ਨਾਲ ਹੀ ਪ੍ਰਵਾਸੀ ਮਜ਼ਦੂਰਾਂ ਦੇ ਦਿਲਾਂ ਦੇ ਵਿੱਚ ਮੁੜ ਜਿਹੜਾ ਹੈ ਪਿਛਲੇ ਸਾਲ ਦੀ ਤਰ੍ਹਾਂ ਕਰਫਿਊ ਦਾ ਡਰ ਸਤਾਉਣ ਲੱਗ ਗਿਆ ਅਤੇ ਉਹ ਆਪਣੇ ਘਰਾਂ ਨੂੰ ਮੁੜ ਵਾਪਸ ਜਾਣ ਲੱਗੇ ਨੇ। ਅਸੀਂ ਦੱਸਣਾ ਚਾਹਾਂਗੇ ਦੇਸ਼ ਵਿੱਚ ਕਰੋਨਾ ਵਾਇਰਸ 'ਤੇ ਕਾਬੂ ਪਾਉਣ 'ਚ ਜਿਹੜੀ ਸਾਨੂੰ ਅਸਫਲਤਾ ਦਾ ਸਾਹਮਣਾ ਕਰਨਾ ਪੈ ਰਿਹਾ, ਇਹਦਾ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ ਵੀ ਅਸੀਂ ਲੋਕਾਂ ਤੱਕ ਸੱਚ ਜਿਹੜਾ ਹੈ ਨਹੀਂ ਦੱਸ ਪਾ ਰਹੇ, ਉਹਨਾਂ ਨੂੰ ਸਹੀ ਆંકੜੇ ਨਹੀਂ ਦੇ ਪਾ ਰਹੇ, ਜਿਸ ਕਰਕੇ ਲੋਕਾਂ ਨੂੰ ਅਸੀਂ
ਇਹ ਕਰੋਨਾ ਵਾਇਰਸ ਬਾਰੇ ਸੱਚੀ ਜਾਣਕਾਰੀ ਨਹੀਂ ਦੇ ਪਾ ਰਹੇ। ਤੇ ਇਸੇ ਹਾਲਾਤਾਂ ਨੂੰ ਦੇਖਦੇ ਹੋ ਜੇਕਰ ਕੋਈ ਬੋਲਦਾ ਵੀ ਹੈ ਤਾਂ ਸੂਬਾ ਸਰਕਾਰਾਂ ਵੱਲੋਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰਾਂ ਦੇ ਅਜਿਹੇ ਰਵੱਈਏ ਨੂੰ ਦੇਖਦੇ ਹੋਏ ਜਿਹੜਾ ਅਦਾਲਤਾਂ ਨੂੰ ਦਖਲ ਦੇਣਾ ਪੈ ਰਿਹਾ ਤੇ ਸੁਪਰੀਮ ਕੋਰਟ ਨੇ ਤਾਂ ਉੱਤਰ ਪ੍ਰਦੇਸ਼ ਸਰਕਾਰ ਸਮੇਤ ਜੇਕਰ ਗੱਲ ਕਰੀਏ ਕੇਂਦਰ ਸਰਕਾਰ ਦੀ ਵੀ ਝਾੜ ਝੰਬ ਕੀਤੀ ਹੈ ਵੀ ਕਿ ਪਹਿਲਾਂ ਤਾਂ ਉਹ ਕਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਸਿਹਤ ਸਹੂਲਤਾਵਾਂ ਜਿਹੜੀਆਂ ਪੂਰੀਆਂ ਕਰਨ 'ਚ ਕਾਮਯਾਬ ਨਹੀਂ ਹੋ ਪਾ ਰਹੇ। ਤੇ ਦੂਜੀ ਜੇਕਰ ਗੱਲ ਕਰੀਏ ਉੱਤਰ ਪ੍ਰਦੇਸ਼ ਸਰਕਾਰ ਦੀ, ਉਹਨਾਂ ਨੇ ਮੁੱਖ ਤੌਰ ਤੇ ਝਾੜ ਝੰਬ ਕਰਦਿਆਂ ਕਿਹਾ ਕਿ ਜਿਵੇਂ ਉਹਨਾਂ ਨੇ ਇੱਕ ਅਮੇਠੀ ਦੇ ਬੰਦੇ 'ਤੇ ਪਰਚਾ ਦਰਜ ਕੀਤਾ ਹੈ ਵੀ ਕਿ ਉਸਨੇ ਸਿਰਫ ਟਵਿੱਟਰ 'ਤੇ ਇੰਨੀ ਗੱਲ ਪਾਈ ਸੀ ਵੀ ਕਿ ਮੇਰੇ ਨਾਨੇ ਦੇ ਲਈ ਜਿਹੜੀ ਆਕਸੀਜਨ ਦੀ ਲੋੜ ਹੈ ਤੇ ਉਹ ਉਪਲਬਧ ਨਹੀਂ ਹੋ ਰਹੀ ਤੇ ਜੇਕਰ ਕੋਈ ਉਪਲਬਧ ਕਰਵਾ ਸਕਦਾ ਤਾਂ ਮੇਰੀ ਮਦਦ ਕਰੇ। ਇੰਨੀ ਕੁ ਗੱਲ ਨੂੰ ਦੇਖਦੇ ਹਾਂ ਜਿਹੜਾ ਉੱਤਰ ਪ੍ਰਦੇਸ਼ ਸਰਕਾਰ ਨੇ ਅਮੇਠੀ ਦੇ ਇੱਕ ਬੰਦੇ 'ਤੇ ਪਰਚਾ ਦਰਜ ਕਰਤਾ ਸੀਗਾ। ਤੇ ਇਸੇ ਹਾਲਾਤਾਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਦੇ ਡੀਜੀਪੀ ਨੂੰ ਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਨੇ ਵੀ ਕਿ ਸੋਸ਼ਲ ਮੀਡੀਆ ਜਾਂ ਇੰਟਰਨੈਟ ਰਾਹੀਂ ਜੇਕਰ ਕੋਈ ਇਸ ਤਰ੍ਹਾਂ ਦੀ ਕੋਈ ਵੀ ਅਪਲੋਡ ਜਾਂ ਕੋਈ ਜਾਣਕਾਰੀ ਅਪਲੋਡ ਕਰਦਾ ਉਸ 'ਤੇ ਸਿੱਧਾ ਕੇਸ ਦਰਜ ਕਰਨ ਦੀ ਥਾਂ 'ਤੇ ਉਹਨਾਂ ਦੀ ਤਫਤੀਸ਼ ਕੀਤੀ ਜਾਵੇ। ਜੇਕਰ ਕੁਝ ਲੋਕਾਂ ਨੂੰ ਜਿਹੜੀ ਹੈ ਇਸ ਤਰ੍ਹਾਂ ਦੀ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਤਾਂ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ, ਨਾ ਕਿ ਇਸ ਤਰ੍ਹਾਂ ਕੇਸ ਦਰਜ ਕਰਕੇ ਉਹਨਾਂ ਦੀ ਮੂੰਹ ਜਿਹੜਾ ਹੈ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਦੋਸਤੋ, ਮੌਜੂਦਾ ਸਮੇਂ ਭਾਰਤ ਦੇਸ਼ ਦੇ ਵਿੱਚ ਕਰੋਨਾ ਸੰਕਟ ਜਿਹੜਾ ਹੈ ਵੱਡੇ ਪੱਧਰ 'ਤੇ ਜਿਹੜਾ ਹੈ ਪੈਰ ਪਸਾਰ ਚੁੱਕਿਆ ਹੈ ਤੇ ਸਾਨੂੰ ਇਸ ਤੋਂ ਡਰ ਕੇ ਜਾਂ ਘਬਰਾਉਣ ਦੀ ਥਾਂ 'ਤੇ ਸਭ ਨੂੰ ਇਕੱਠੇ ਹੋ ਕੇ ਸੂਝ ਨਾਲ ਜਿਹੜਾ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। ਪਹਿਲਾਂ ਤਾਂ ਮੁੱਖ ਤੌਰ 'ਤੇ ਗੱਲ ਕਰੀਏ ਸਰਕਾਰਾਂ ਦੀ। ਸਰਕਾਰਾਂ ਨੇ ਦੇਸ਼ ਭਰ ਦੇ ਵਿੱਚ ਕੁਝ 94 ਹਸਪਤਾਲਾਂ ਨੂੰ ਜਾਂ ਹਸਪਤਾਲਾਂ ਵਿੱਚ ਕੁਝ 94 ਵਾਰਡਾਂ ਨੂੰ ਜਿਹੜਾ ਹੈਗਾ ਕਰੋਨਾ ਹਸਪਤਾਲ ਜਾਂ ਕਰੋਨਾ ਵਾਰਡ ਜਿਹੜਾ ਹੈਗਾ ਬਣਾਇਆ ਗਿਆ, ਜਿੱਥੇ ਕਿ ਕੁਝ ਲੋਕਾਂ ਦਾ ਹੀ ਇਲਾਜ ਕੀਤਾ ਜਾ ਰਿਹਾ। ਪਰ ਗੱਲ ਕਰੀਏ ਮੌਜੂਦਾ ਸਮੇਂ ਦੇਸ਼ ਦੇ ਸਾਰੇ ਹਸਪਤਾਲਾਂ ਵਿੱਚ OPDਆਂ ਬੰਦ ਨੇ, ਕਿਸੇ ਦੀ ਜਾਂਚ ਨਹੀਂ ਹੋ ਪਾ ਰਹੀ, ਤਾਂ ਸਾਰੇ ਦੇ ਸਾਰੇ ਹਸਪਤਾਲਾਂ ਨੂੰ ਵਾਰਡ ਤੇ ਬੈੱਡਾਂ ਨੂੰ ਜਿਹੜਾ ਹੈਗਾ ਜਿੱਥੇ ਆਕਸੀਜਨ ਦਾ ਪ੍ਰਬੰਧ ਹੋਵੇ ਜਾਂ ਹੋ ਸਕਦਾ ਹੋਵੇ ਉਹਨਾਂ ਨੂੰ ਕਰੋਨਾ ਵਾਇਰਸ 'ਤੇ ਨੱਥ ਪਾਉਣ ਲਈ ਜਿਹੜਾ ਵਰਤਿਆ ਜਾਣਾ ਚਾਹੀਦਾ, ਜਿਸ ਨਾਲ ਕਰੋਨਾ ਵਾਇਰਸ ਦੇ ਜਿਹੜੇ ਮਰੀਜ਼ਾਂ ਦਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ। ਉੱਥੇ ਹੀ ਗੱਲ ਕਰੀਏ ਤਾਂ ਸਿਹਤ ਮਾਹਿਰਾਂ ਦੀ ਇਹ ਵੀ ਗੱਲ ਹੈਗੀ ਹੈ ਵੀ ਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ MBBS ਪਾਸ ਡਾਕਟਰ ਜਾਂ ਕਿਸੇ ਵੀ ਇੱਕ ਫੀਲਡ 'ਚ ਜੇ ਮਾਹਿਰ ਡਾਕਟਰ ਹੋਵੇ ਉਹ ਕਰੋਨਾ ਮਰੀਜ਼ਾਂ ਦਾ ਇਲਾਜ ਕਰ ਸਕਦਾ। ਤਾਂ ਇਸ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਸਾਰੇ ਅਜਿਹੇ ਡਾਕਟਰਾਂ ਦੀ ਜਿਹੜੀ ਹੈਗੀ ਸਰਕਾਰਾਂ ਨੂੰ ਵਰਤੋਂ ਕਰਨੀ ਚਾਹੀਦੀ ਹੈ, ਉਹਨਾਂ ਦੇ ਸਹਿਯੋਗ ਲੈਣਾ ਚਾਹੀਦਾ ਤਾਂ ਕਿ ਦੇਸ਼ ਦੇ ਵਿੱਚ ਕਰੋਨਾ ਵਾਇਰਸ ਨੂੰ ਰੋਕਿਆ ਜਾਵੇ, ਇਸ 'ਤੇ ਜਿਹੜਾ ਹੈਗਾ ਕਾਬੂ ਪਾਇਆ ਜਾਵੇ। ਇਸੇ ਤਰ੍ਹਾਂ ਗੱਲ ਕਰੀਏ ਮਹਾਰਾਸ਼ਟਰ ਦੇ ਵਿੱਚ ਜਿਹੜਾ ਹੈਗਾ ਕਰੋਨਾ ਕੇਸਾਂ ਦੀ ਗਿਣਤੀ ਬਹੁਤ ਵੱਡੇ ਪੱਧਰ 'ਤੇ ਪਸਰੀ ਹੋਈ ਹੈ ਤੇ ਮੁੰਬਈ ਪ੍ਰਸ਼ਾਸਨ ਨੇ ਇੱਕ ਐਕਸਪੈਰੀਮੈਂਟ ਕੀਤਾ ਜਿਹੜਾ ਕਿ ਬਹੁਤ ਹੀ ਵਧੀਆ ਵੀ ਰਹਿ ਰਿਹਾ ਤੇ ਕਾਰਗਰ ਸਾਬਿਤ ਵੀ ਹੋ ਰਿਹਾ। ਉਹਨਾਂ ਨੇ ਮੁੰਬਈ ਵਿੱਚ ਇੱਕ ਸੈਂਟਰਲ ਥਾਂ 'ਤੇ ਇੱਕ ਕੰਟਰੋਲ ਰੂਮ ਬਣਾਇਆ ਜਿੱਥੇ ਕਿ ਕਰੋਨਾ ਮਰੀਜ਼ਾਂ ਦੀ ਸਾਰੀ ਜਾਣਕਾਰੀ ਲਿੱਤੀ ਜਾਂਦੀ ਹੈ ਤੇ ਮੋਬਾਈਲ ਵੈਨਾਂ ਰਾਹੀਂ ਜਿਹੜਾ ਹੈਗਾ ਕਰੋਨਾ ਮਰੀਜ਼ਾਂ ਦੇ ਘਰ ਡਾਕਟਰ ਜਾਂਦੇ ਨੇ, ਉਹਨਾਂ ਦਾ ਇਲਾਜ ਕਰਦੇ ਨੇ, ਚੈੱਕਅਪ ਕਰਦੇ ਨੇ। ਜਿਨ੍ਹਾਂ ਦੀ ਲੋੜ ਲੱਗਦੀ ਹੈ ਵੀ ਕਿ ਇਹਨਾਂ ਮਰੀਜ਼ਾਂ ਨੂੰ ਹਸਪਤਾਲਾਂ 'ਚ ਸ਼ਿਫਟ ਕਰਨ ਦੀ ਲੋੜ ਹੈ, ਉਹ ਸਿਰਫ ਉਹਨਾਂ ਮਰੀਜ਼ਾਂ ਨੂੰ ਜਿਹੜਾ ਹੈਗਾ ਹਸਪਤਾਲਾਂ ਦੇ ਵਿੱਚ ਸ਼ਿਫਟ ਕਰਦੇ ਨੇ, ਬਾਕੀਆਂ ਦਾ ਘਰ ਦੇ ਵਿੱਚ ਹੀ ਇਲਾਜ ਕਰਦੇ ਨੇ। ਤੇ ਇਸ ਨੂੰ ਜਿਹੜਾ ਹੈਗਾ ਦੇਸ਼ ਭਰ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਲਾਗੂ ਕਰਨਾ ਚਾਹੀਦਾ, ਪਰ ਇਸ ਲਈ ਜਿਹੜਾ ਹੈਗਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡਾਕਟਰਾਂ ਦੀ ਸਹਿਮਤੀ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਵਿੱਚ ਸਮਾਜਿਕ ਸੰਸਥਾਵਾਂ ਦੀ ਜਿਹੜੀ ਹੈਗੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਮੋਬਾਈਲ ਵੈਨਾਂ ਰਾਹੀਂ ਲੋਕਾਂ ਦੇ ਘਰ ਦੇ ਵਿੱਚ ਪਹੁੰਚ ਕੇ ਇਲਾਜ ਕੀਤਾ ਜਾਵੇ। ਇਹਦੇ ਨਾਲ ਜਿੱਥੇ ਲੋਕਾਂ ਨੂੰ ਘਰ ਦੇ ਵਿੱਚ ਹੀ ਰੱਖਿਆ ਜਾਵੇਗਾ ਉੱਥੇ ਹੀ ਹਸਪਤਾਲਾਂ ਦੇ ਵਿੱਚ ਜਿਹੜੀ ਭੀੜ ਵੱਧ ਰਹੀ ਹੈ, ਭੀੜ 'ਤੇ ਵੀ ਕਾਬੂ ਪਾਇਆ ਜਾਵੇਗਾ। ਅਸੀਂ ਦੱਸਣਾ ਚਾਹਾਂਗੇ ਸਰਕਾਰ ਕਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਜਿਹੜੇ ਵੀ ਇਸ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ ਉਹਨਾਂ ਨੂੰ ਸਿੱਧਾ ਕੇਂਦਰ ਸਰਕਾਰ ਨੂੰ ਜਿਹੜਾ ਹੈਗਾ ਸੂਬਾ ਸਰਕਾਰਾਂ ਦੇ ਨਾਲ ਕੁਝ ਮਾਹਿਰਾਂ ਦੇ ਨਾਲ ਜਾਂ ਸਿਹਤ ਜਿਹੜੇ ਹੈਗੇ ਆ ਮਾਹਿਰ ਉਹਨਾਂ ਦੀ ਰਾਏ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਕੋਈ ਫੈਸਲਾ ਜਿਹੜਾ ਹੈਗਾ ਲੈਣਾ ਚਾਹੀਦਾ। ਦੋਸਤੋ, ਅੱਜ ਅਸੀਂ ਇਹ ਵੀ ਦੱਸਣਾ ਚਾਹਾਂਗੇ ਕੇਂਦਰ ਸਰਕਾਰ ਨੇ 1 ਮਈ ਤੋਂ 18 ਸਾਲ ਤੋਂ ਉੱਪਰ ਉਮਰ ਦੇ ਜਿਹੜੇ ਜਿੰਨੇ ਵੀ ਨੌਜਵਾਨ ਸੀ ਉਹਨਾਂ ਦੇ ਕਰੋਨਾ ਰੋਕੂ ਵੈਕਸੀਨ ਜਿਹੜੀ ਹੈ ਅੱਜ ਤੋਂ ਲਾਉਣੀ ਸ਼ੁਰੂ ਕਰਨੀ ਸੀ, ਪਰ ਦੇਸ਼ ਦੇ ਜ਼ਿਆਦਾਤਰ ਸੂਬਿਆਂ ਦੇ ਵਿੱਚ ਇਹ ਮੁਹਿੰਮ ਸ਼ੁਰੂ ਨਹੀਂ ਹੋ ਸਕੀ ਤੇ ਸੂਬਿਆਂ ਦਾ ਇਹੀ ਕਹਿਣਾ ਵੀ ਕਿ ਸਾਡੇ ਕੋਲ ਵੈਕਸੀਨ ਜਿਹੜੀ ਹੈ ਜਿੰਨੀ ਸਾਨੂੰ ਲੋੜ ਹੈ ਉਨੀ ਨਹੀਂ ਪਹੁੰਚ ਸਕੀ ਤੇ ਇਸ ਲਈ ਜਿਹੜਾ ਹੈਗਾ ਅਸੀਂ ਇਸ ਨੂੰ ਨਹੀਂ ਲਾਗੂ ਕਰਾਂਗੇ। ਤੇ ਉਹਨਾਂ ਦੀ ਇਹ ਵੀ ਮੰਗ ਆ ਰਹੀ ਹੈ ਵੀ ਕਿ ਪਹਿਲਾਂ ਕੇਂਦਰ ਸਰਕਾਰ ਜਿਹੜੀ ਹੈ ਉਹ ਸਾਨੂੰ 19 ਕੁ ਵੈਕਸੀਨ ਦਾ ਪ੍ਰਬੰਧ ਕਰਦੇ ਵੀ ਕਿ ਜਿਨ੍ਹਾਂ ਨੂੰ ਅਸੀਂ ਵੈਕਸੀਨ ਦੀ ਪਹਿਲਾਂ ਡੋਜ਼ ਦੇ ਚੁੱਕੇ ਹਾਂ ਉਹਨਾਂ ਨੂੰ ਦੂਜੀ ਡੋਜ਼ ਜਿਹੜੀ ਹੈਗੀ ਸਮੇਂ ਸਿਰ ਦਿੱਤੀ ਜਾਵੇ। ਉਸ ਤੋਂ ਬਾਅਦ ਜਿਹੜਾ ਹੈਗਾ ਇਹ
ਤੀਜੇ ਗੇੜ ਦੀ ਵੈਕਸੀਨ ਦੀ ਜਿਹੜੀ ਮੁਹਿੰਮ ਹੈ ਉਹ ਚਲਾਈ ਜਾਵੇਗੀ ਤੇ 18 ਸਾਲ ਤੋਂ ਵੱਧ ਉਮਰ ਦੇ ਜਿਹੜੇ ਨੌਜਵਾਨਾਂ ਦੇ ਵੈਕਸੀਨ ਲਾਈ ਜਾਵੇਗੀ। ਦੋਸਤੋ, ਜੋ ਮੌਜੂਦਾ ਹਾਲਾਤ ਦੇਸ਼ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਬਣੇ ਹੋਏ ਨੇ, ਸਰਕਾਰ ਵੱਲੋਂ ਲਏ ਜਾ ਰਹੇ ਫੈਸਲੇ ਕੋਈ ਕਾਮਯਾਬ ਨਹੀਂ ਹੁੰਦੇ ਦਿਖਾਈ ਦੇ ਰਹੇ ਤੇ ਸਰਕਾਰ ਨੂੰ ਹੁਣ ਜਿਹੜਾ ਹੈਗਾ, ਕੱਲ ਜਿਵੇਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਕੇ ਇਸ ਨੂੰ ਇੱਕ ਜਿਹੜਾ ਹੈਗਾ ਗੱਲਬਾਤ ਕੀਤੀ ਹੈ ਤੇ ਅਗਲੀ ਰਣਨੀਤੀ ਤਿਆਰ ਕੀਤੀ ਹੈ ਤੇ ਜਿਹੜਾ ਹੈਗਾ ਕੇਂਦਰੀ ਮੰਤਰੀਆਂ ਨੂੰ ਲੋਕਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਹੈ। ਉਸੇ ਤਰ੍ਹਾਂ ਸਰਕਾਰ ਨੂੰ ਸੂਬਿਆਂ ਦੇ ਨਾਲ ਵੀ ਜਿਹੜੀ ਹੈਗੀ ਗੱਲਬਾਤ ਕਰਕੇ ਇਹਦੇ ਹੱਲ ਵੱਲ ਤੁਰਨਾ ਚਾਹੀਦਾ ਤੇ ਸਾਂਝੇ ਤੌਰ ਤੇ ਇਕਜੁੱਟ ਹੋ ਕੇ ਫੈਸਲੇ ਲੈਣੇ ਚਾਹੀਦੇ ਆ ਤਾਂ ਕਿ ਦੇਸ਼ ਦੇ ਵਿੱਚ ਜਿਹੜੀ ਇਹ ਕਰੋਨਾ ਵਾਇਰਸ ਵਰਗੀ ਮਹਾਮਾਰੀ ਫੈਲੀ ਹੋਈ ਹੈ, ਇਸ ਦਾ ਸਮੇਂ ਰਹਿੰਦੇ ਰੋਕਿਆ ਜਾ ਸਕੇ, ਇਸ 'ਤੇ ਕਾਬੂ ਪਾਇਆ ਜਾ ਸਕੇ। ਇਹ ਤਾਂ ਹੁਣ ਮਿਲ ਕੇ ਹੀ ਜਿਹੜਾ ਹੈਗਾ ਇਸ 'ਤੇ ਕਾਬੂ ਪਾਇਆ ਜਾ ਸਕਦਾ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।